ਸੋ ਕਿਸਾਨਾਂ ਦਾ ਜੋ ਰੇੜਕਾ ਉਹ ਲਗਾਤਾਰ ਬਰਕਰਾਰ ਹੈ। ਇੱਕ ਪਾਸੇ ਜਿੱਥੇ ਪੰਜਾਬ ਦੇ ਅੰਦਰ ਢੋਆ ਢੁਆਈ ਨੂੰ ਲੈ ਕੇ ਕਈ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਮਾਲ ਗੱਡੀਆਂ ਪੰਜਾਬ ਦੇ ਅੰਦਰ ਬੰਦ ਨੇ, ਲੇਕਿਨ ਦੂਸਰੇ ਪਾਸੇ ਭਾਜਪਾ ਦੇ ਕੁਝ ਸੀਨੀਅਰ ਆਗੂਆਂ ਦੁਆਰਾ ਗ੍ਰਹਿ ਮੰਤਰਾਲੇ ਨਾਲ ਗੱਲਬਾਤ ਕੀਤੀ ਗਈ ਹੈ, ਮੁਲਾਕਾਤ ਕੀਤੀ ਗਈ ਹੈ ਕਿ ਕਿਸਾਨਾਂ ਦਾ ਜੋ ਮਸਲਾ ਉਹ ਜਲਦ ਹੱਲ ਕਰਵਾਇਆ ਜਾਵੇ। ਹੋਰ ਜਾਣਕਾਰੀ ਲੈਣਾ ਰੋਪੜ ਤੋਂ ਸਾਡੇ ਸਹਿਯੋਗੀ ਸੱਜਣ ਸੈਣੀ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਤੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਨੇ। ਸੱਜਣ, ਹੁਣ ਕਿਸਾਨਾਂ ਦਾ ਕੀ ਰੁਖ ਹੈ? ਜਿਸ ਹਿਸਾਬ ਦੇ ਨਾਲ ਇੱਕ ਆਸ ਬੱਝੀ ਹੈ ਹੁਣ ਕਿ ਦੀਵਾਲੀ ਤੋਂ ਬਾਅਦ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਗੱਲਬਾਤ ਜ਼ਰੂਰ ਕਰੇਗੀ, ਕਿਸਾਨਾਂ ਦਾ ਕੀ ਕਹਿਣਾ ਹੁਣ? ਬਿਲਕੁਲ ਜੀ, ਕਿਸਾਨਾਂ ਨਾਲ ਵੀ ਗੱਲ ਕਰ ਲੈਂਦੇ ਆ, ਪਰੰਤੂ ਇਸ ਤੋਂ ਪਹਿਲਾਂ ਸਾਡੀ ਪ੍ਰਧਾਨ ਸੀਗੇ ਕਿਸਾਨ ਯੂਨੀਅਨ ਦੇ, ਜੋ ਉਹਨਾਂ ਨਾਲ ਗੱਲ ਹੋਈ ਸੀਗੀ, ਉਹਨਾਂ ਦਾ ਕਹਿਣਾ ਕਿ ਜਿਸ ਤਰ੍ਹਾਂ ਪਹਿਲਾਂ ਦਿੱਲੀ ਬੁਲਾ ਕੇ ਜਲੀਲ ਕੀਤਾ ਗਿਆ ਸੀ ਗੱਲਬਾਤ ਦੇ ਲਈ, ਤੇ ਇਸ ਵਾਰੀ ਫਿਰ ਉਸੇ ਤਰ੍ਹਾਂ ਜੇ ਹੋਇਆ ਫਿਰ ਸ਼ਾਇਦ ਕਿਸਾਨ ਜਿਹੜੇ ਹੈਗੇ ਆ ਦੁਬਾਰਾ ਦਿੱਲੀ ਨਹੀਂ ਜਾਣਗੇ। ਪਰੰਤੂ ਗੱਲ ਕਰ ਲੈਂਦੇ ਆ। ਸਰ, ਭਾਜਪਾ ਵੱਲੋਂ ਜਿਹੜਾ ਹੈਗਾ ਗ੍ਰਹਿ ਮੰਤਰੀ ਨਾਲ ਗੱਲਬਾਤ ਕੀਤੀ ਹੈ ਕਿ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ। ਕੀ ਲੱਗਦਾ ਜਿਸ ਤਰ੍ਹਾਂ ਪਹਿਲਾਂ ਕਿਸਾਨ ਗਏ ਸੀਗੇ ਗੱਲਬਾਤ ਨਹੀਂ ਸਿਰੇ ਚੜੀ, ਕੀ ਲੱਗਦਾ ਕਿ ਇਸ ਵਾਰੀ ਦਿੱਲੀ ਤੋਂ ਜਿਹੜੀ ਦੀਵਾਲੀ ਤੋਂ ਬਾਅਦ ਮੀਟਿੰਗ ਹੋਣ ਜਾ ਰਹੀ ਆ ਉਸ ਦੇ ਵਿੱਚ ਕੋਈ ਸਿੱਟੇ ਨਿਕਲ ਕੇ ਆਣਗੇ? ਦੇਖੋ ਜੀ, ਉਮੀਦ ਤਾਂ ਕੋਈ ਨਹੀਂ ਹੈਗੀ, ਪਰ ਫਿਰ ਵੀ ਜੋ ਉਹਨਾਂ ਨੇ ਬੁਲਾਇਆ ਹੈ ਸਾਡੀਆਂ ਕਿਸਾਨ ਯੂਨੀਅਨ ਬਣੀਆਂ ਜ਼ਰੂਰ ਜਾਣਗੀਆਂ। ਦੇਖੋ ਕਿਆ ਕਹਿੰਦੇ ਆ, ਉਹਨਾਂ ਤੇ ਫਿਰ ਨਿਰਣੇ ਕਰਦਾ ਹੈ ਕਿ ਸਾਡੇ ਵਾਸਤੇ ਪੰਜਾਬ ਵਾਸਤੇ ਉਹ ਕਿਆ ਕਹਿੰਦੇ ਆ। ਤੇ ਅਸੀਂ ਤਾਂ ਹਰੇਕ ਪਾਸੇ ਨੂੰ ਉਹਨਾਂ ਦੇ ਨਾਲ ਖੜੇ ਆ ਜੀ। ਉਹ ਸਾਨੂੰ ਦੋ ਤਿੰਨ ਗੱਲਾਂ ਹੈ ਸਾਡੇ ਕਿਸਾਨ ਯੂਨੀਅਨ ਦੇ ਮੈਂਬਰਾਂ ਨੂੰ ਲਿਖ ਕੇ ਦੇ ਦੇਣ। ਜੇ ਉਹਨਾਂ ਨੂੰ ਲੱਗਦਾ ਇੰਨੇ ਬਿੱਲ ਵਧੀਆ ਹੈ ਤਾਂ ਅਸੀਂ ਕਿਉਂ ਇੱਥੇ ਬੈਠੇ ਆ? ਅਸੀਂ ਤਾਂ ਹੀ ਬੈਠੇ ਆ ਜੇ ਸਾਨੂੰ ਉਹਨਾਂ 'ਚ ਦਿਖਦਾ ਵੀ ਕੋਈ ਖਾਮੀ ਆਏ, ਸਾਨੂੰ ਉਜਾੜੇ ਵੱਲੋਂ ਲੈ ਕੇ ਜਾ ਰਹੀਆਂ। ਇਹਨਾਂ ਨੂੰ ਇਹ ਹੈ ਵੀ ਅਡਵਾਨੀਆਂ ਨੂੰ ਅਸੀਂ ਸਾਰਾ ਕੁਝ ਦੇਣਾ ਹੈ, ਤੇ ਪੰਜਾਬ ਨੂੰ ਇਹ ਪਹਿਲੇ ਖੁੰਝੇ ਲਾਉਣੇ ਫਿਰਦੇ ਆ। ਸੋ ਸਾਡੇ ਜੇ ਜਥੇਬੰਦੀਆਂ ਨੂੰ ਬੁਲਾਉਣਗੇ ਤਾਂ ਅਸੀਂ ਜ਼ਰੂਰ ਜਾਵਾਂਗੇ। ਨਹੀਂ, ਜਿਵੇਂ ਦਿੱਲੀ ਦੀਵਾਲੀ ਤੋਂ ਬਾਅਦ ਦਾ ਸਮਾਂ ਦਿੱਤਾ ਗਿਆ ਹੈ, ਕੀ ਲੱਗਦਾ ਜੇ ਦੀਵਾਲੀ ਤੋਂ ਪਹਿਲਾਂ ਹੋ ਜਾਂਦਾ, ਕਿਸਾਨ ਆਪਣੇ ਘਰਾਂ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾ ਲੈਂਦੇ, ਉਸ ਤੋਂ ਪਹਿਲਾਂ ਖੁਸ਼ਖਬਰੀ ਮਿਲ ਜਾਂਦੀ ਕਿਸਾਨਾਂ ਨੂੰ? ਸਰ, ਉਹ ਤਾਂ ਚਾਹੁੰਦੇ ਨਹੀਂ ਕਿ ਪੰਜਾਬ ਦੇ ਆਪਣੇ ਪੰਜਾਬੀ ਖੁਸ਼ੀ ਆਪਣੇ ਘਰਾਂ ਸੌਣ। ਜੋ ਇਹ ਚਾਹੁੰਦੇ ਹੁੰਦੇ, ਸਾਨੂੰ ਸਵਾਮੀਨਾਥਨ ਰਿਪੋਰਟ ਉਹ ਲਾਗੂ ਕਰਦੇ, ਸਾਨੂੰ ਫਸਲਾਂ ਦੇ ਰੇਟ ਦਿੰਦੇ, ਅਸੀਂ ਖੁਸ਼ੀ ਉਹਨਾਂ ਦਾ ਧੰਨਵਾਦ ਕਰਦੇ। ਪਰ ਪਤਾ ਨਹੀਂ ਉਹਨਾਂ ਦੇ ਮਨ 'ਚ ਕਿਉਂ ਇਹ ਸੰਸਾ ਹੈ ਕਿ ਸਾਨੂੰ ਉਹਨਾਂ ਨੇ ਦੁਖੇ ਦੇਣਾ। ਬਿਲਕੁਲ ਜੀ, ਕਿਸਾਨਾਂ ਦਾ ਕਹਿਣਾ ਇਸ ਵਾਰੀ ਦੀਵਾਲੀ ਜਿਹੜੀ ਕਾਲੀ ਹੀ ਮਨਾਣਗੇ ਕਿਉਂਕਿ ਦੀਵਾਲੀ ਤੋਂ ਬਾਅਦ ਦਾ ਸਮਾਂ ਦਿੱਤਾ। ਉਸ ਤੋਂ ਪਹਿਲਾਂ ਕਿਸਾਨਾਂ ਨੂੰ ਆਸ ਸੀ ਕਿ ਸ਼ਾਇਦ ਸਰਕਾਰ ਸੁਣ ਲੇਗੀ ਕਿਸਾਨਾਂ ਦੀ ਪੁਕਾਰ ਤੇ ਕਿਸਾਨ ਆਪਣੇ ਘਰਾਂ ਦੇ ਵਿੱਚ ਦੀਵਾਲੀ ਜਿਹੜੀ ਹੈਗੀ ਮਨਾਣਗੇ, ਪਰੰਤੂ ਆਸਾਰ ਜਿਹੜੇ ਹੈਗੇ ਆ ਨਹੀਂ ਦਿਖ ਰਹੇ ਕਿਉਂਕਿ ਕਾਲੀ ਦੀਵਾਲੀ ਮਨਾਣਗੇ ਕਿਸਾਨ ਜੀ। ਸੱਜਣ, ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਚਾਹਾਂਗੇ ਕਿ ਜਿਸ ਹਿਸਾਬ ਦੇ ਨਾਲ ਹੁਣ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਵੱਧ ਰਿਹਾ, ਹਾਲਾਂਕਿ 12 ਨਵੰਬਰ ਤੱਕ ਜੋ ਕੇਂਦਰ ਸਰਕਾਰ ਰੇਲਵੇ ਮੰਤਰਾਲੇ ਵੱਲੋਂ ਫੈਸਲਾ ਲਿਆ ਗਿਆ ਕਿ ਮਾਲ ਗੱਡੀਆਂ 'ਤੇ ਰੋਕ ਲਗਾਈ ਗਈ ਹੈ। ਹਾਲਾਂਕਿ ਭਾਜਪਾ ਆਗੂਆਂ ਦੁਆਰਾ ਜਿਸ ਹਿਸਾਬ ਦੇ ਨਾਲ ਹੁਣ ਗੱਲਬਾਤ ਕੇਂਦਰ ਦੇ ਨਾਲ ਕੀਤੀ ਜਾ ਰਹੀ ਹੈ, ਰਾਬਤਾ ਬਣਾਇਆ ਜਾ ਰਿਹਾ ਕਿ ਕਿਸਾਨਾਂ ਨਾਲ ਜੇਕਰ ਗੱਲਬਾਤ ਹੋਏਗੀ ਤਾਂ ਹੀ ਮਸਲਾ ਹੱਲ ਹੋ ਸਕਦਾ ਹੈ, ਨਹੀਂ ਤਾਂ ਕਿਸਾਨਾਂ ਦਾ ਸੰਘਰਸ਼ ਤੇਜ਼ ਹੋਏਗਾ। ਕਿਉਂਕਿ ਜਿਸ ਹਿਸਾਬ ਦੇ ਨਾਲ ਸੁਰਜੀਤ ਕੁਮਾਰ ਜਿਆਣੀ ਦਾ ਜੋ ਬਿਆਨ ਸਾਹਮਣੇ ਆਇਆ ਸੀ, ਉਹਨਾਂ ਨੇ ਸਾਫ਼ ਤੌਰ 'ਤੇ ਕਹਿਤਾ ਸੀ ਕਿ ਕੇਂਦਰ ਸਰਕਾਰ ਨੂੰ ਗੱਲ ਸੁਣਨੀ ਪੈਣੀ ਹੈ ਕਿਸਾਨਾਂ ਦੀ, ਤਾਂ ਹੀ ਮਸਲਾ ਹੱਲ ਹੋ ਸਕਦਾ। ਕਿ ਲੱਗਦਾ ਕਿ ਜੋ ਪਹਿਲਾਂ ਵੀ ਮੀਟਿੰਗਾਂ ਹੋਈਆਂ ਨੇ ਦਿੱਲੀ ਵਿਖੇ ਕਿਸਾਨਾਂ ਨਾਲ, ਉਹ ਬੇਸਿੱਟਾ ਰਹੀਆਂ, ਤਾਂ ਹੁਣ ਜੇਕਰ ਕੇਂਦਰ ਸਰਕਾਰ ਦੁਬਾਰਤੀ ਉਹਨਾਂ ਨੂੰ ਉੱਥੇ ਬੁਲਾਉਂਦੀ ਹੈ ਤਾਂ ਸਿਰਫ ਕਿਤੇ ਉਹੀ ਗੱਲ ਨਾ ਹੋਵੇ ਕਿ ਕਿਸਾਨਾਂ ਨੂੰ ਸਮਝਾਉਣ ਵਾਲੀ ਗੱਲ ਹੋਵੇ ਕਾਨੂੰਨਾਂ ਪ੍ਰਤੀ, ਨਾ ਕਿ ਇਹਨਾਂ ਦੇ ਵਿੱਚ ਕੋਈ ਸੋਧ ਜਾਂ ਕੋਈ ਰੱਦ ਕਰਨ ਦੀ ਗੱਲ ਸਾਹਮਣੇ ਨਿਕਲ ਕੇ ਆ ਸਕੇ। ਬਿਲਕੁਲ ਜੀ ਸਰ, ਜਿਵੇਂ ਦਿੱਲੀ ਦੇ ਵਿੱਚ ਬੁਲਾਇਆ ਗਿਆ, ਹੁਣ ਮੀਟਿੰਗ ਰੱਖੀ ਦੀਵਾਲੀ ਤੋਂ ਬਾਅਦ, ਮੰਗਾਂ ਉਹੀ ਆ ਜਿਹੜੀਆਂ ਪਹਿਲਾਂ ਸੀਗੀਆਂ ਕਿ ਅਗਰ ਸਰਕਾਰ ਨਹੀਂ ਮੰਨਦੀ, ਜਿਵੇਂ ਹੁਣ ਟ੍ਰੇਨਾਂ ਨੂੰ ਲੈ ਕੇ ਹੀ ਮੰਨ ਲਓ ਜੀ, ਟ੍ਰੇਨਾਂ ਕਿਸਾਨ ਕਹਿ ਰਿਹਾ ਕਿ ਸਿਰਫ ਮਾਲ ਗੱਡੀਆਂ ਚਲਾਉਣੀਆਂ, ਸਵਾਰੀ ਨਹੀਂ ਚਲਾਉਣੀਆਂ, ਤੇ ਕੇਂਦਰ ਸਰਕਾਰ ਅੜੀ ਹੋਈ ਹੈ ਵੀ ਦੋਵੇਂ ਗੱਡੀਆਂ ਚਲਾਉਣੀਆਂ। ਇਸ ਨੂੰ ਲੈ ਕੇ ਸਹਿਮਤੀ ਨਹੀਂ ਬਣਦੀ, ਕਿਵੇਂ ਹਾਲਾਤ ਹੋਣਗੇ ਅੱਗੇ, ਫਿਰ ਸੰਘਰਸ਼ ਕਿਵੇਂ ਰਹੇਗਾ ਕਿਸਾਨਾਂ ਦਾ? ਦੇਖੋ, ਸੰਘਰਸ਼ ਤਾਂ ਵਧੂਗਾ ਹੀ, ਗੁੱਸਾ ਵੱਧ ਰਿਹਾ ਹੋਇਆ। ਜਦੋਂ ਅਸੀਂ ਬਾਰ-ਬਾਰ ਕਹਿ ਰਹੇ ਹਾਂ ਵੀ ਮਾਲ ਗੱਡੀਆਂ ਚਲਾਓ, ਪਹਿਲਾਂ ਮਾਲ ਗੱਡੀਆਂ ਚੱਲ ਪੈਣਗੀਆਂ ਤਾਂ ਬਾਅਦ 'ਚ ਪੈਸੇਂਜਰ ਨੂੰ ਵੀ ਛੋਟ ਦੇ ਦਿੱਤੀ ਜਾਊਗੀ, ਪਰ ਪਹਿਲਾਂ ਮਾਲ ਤਾਂ ਚਲਾਉਣ ਬਈ। ਬਾਕੀ ਕਿਸਾਨਾਂ ਦਾ ਗੁੱਸਾ ਤਾਂ ਦਿਨ ਬ ਦਿਨ ਵਧ ਹੀ ਰਿਹਾ। ਕਿਸਾਨ ਤਾਂ ਚਾਹੁੰਦੇ ਆ ਵੀ ਗੱਲਬਾਤ ਕਰਨ। ਦੇਖੋ, ਅਸੀਂ ਇੱਕ ਦੇਸ਼ ਦੇ ਵਾਸੀ ਹਾਂ, ਲੋਕ ਰਾਜ ਆ, ਸਰਕਾਰ ਨੂੰ ਚਾਹੀਦਾ ਵੀ ਸਾਡੇ ਨੁਮਾਇੰਦਿਆਂ ਨੂੰ ਬੁਲਾ ਕੇ ਗੱਲਬਾਤ ਨੂੰ ਕਰੇ, ਇੱਜ਼ਤ ਮਾਣ ਨਾਲ ਗੱਲ ਕਰੇ। ਦੇਸ਼ ਦਾ ਅੰਨਦਾਤਾ, ਸਾਰੇ ਦੇਸ਼ ਨੂੰ ਪੈਦਾਵਾਰ ਖਿਲਾ ਰਿਹਾ ਕਰਕੇ ਅਸੀਂ ਇਕੱਲਾ ਆਪਣੇ ਵਾਸਤੇ ਪੈਦਾ ਨਹੀਂ ਕਰਦੇ, ਸਾਰੇ ਦੇਸ਼ ਵਾਸਤੇ ਪੈਦਾ ਕਰਦੇ ਹਾਂ। ਜਿਵੇਂ 12 ਨਵੰਬਰ ਤੱਕ ਰੋਕ ਲਗਾਈ ਗਈ ਆ ਟ੍ਰੇਨਾਂ ਦੇ ਉੱਤੇ, ਜਿਹੜੀ ਹੈਗੀ ਆ ਕਿਸਾਨਾਂ ਵੱਲੋਂ 20 ਤੱਕ ਛੂਟ ਦਿੱਤੀ ਗਈ ਆ, ਤੇ ਇੱਕ ਪਾਸੇ ਤਾਂ ਟ੍ਰੇਨਾਂ ਤੇ ਰੋਕ ਲਗਾਈ ਜਾਂਦੀ, ਦੂਜੇ ਪਾਸੇ ਕਿਹਾ ਜਾਂਦਾ ਕਿ ਗੱਲਬਾਤ ਲਈ ਕਰਨ ਲਈ ਤਿਆਰ ਆ। ਇਹ ਦੋਗਲਾ ਜਿਹੜੀ ਹੈਗਾ ਕਿਵੇਂ ਦੇਖਦੇ ਹੋ ਬੀਜੇਪੀ ਦੇ? ਇਹ ਨੀਤੀ ਸਾਫ਼ ਨਹੀਂ ਹੈਗੀ, ਇਹ ਕੇਂਦਰ ਸਰਕਾਰ ਦੀ ਨੀਤੀ ਸਾਫ਼ ਨਹੀਂ ਹੈਗੀ। ਬੀਜੇਪੀ ਦੇ ਜੇ ਪੰਜਾਬ ਦੇ ਕੁਝ ਨੁਮਾਇੰਦੇ ਹੈਗੇ, ਉਹ ਚਾਹੁੰਦੇ ਆ ਵੀ ਜੇ ਸੈਂਟਰ ਗੱਲਬਾਤ ਕਰੇ ਤਾਂ ਅਸੀਂ ਪੰਜਾਬ। ਜਿਹੜੀ ਮੀਟਿੰਗ ਸੱਦੀ ਗਈ ਹੈ ਦੀਵਾਲੀ ਤੋਂ ਬਾਅਦ ਕਿਸਾਨ ਜਥੇਬੰਦੀ, ਕੀ ਲੱਗਦਾ ਉਹਦੇ ਕੁਝ ਸਿੱਟੇ ਨਿਕਲ ਕੇ ਆਣਗੇ, ਜਾਂ ਪਹਿਲਾਂ ਜਿਸ ਤਰ੍ਹਾਂ ਹੋਇਆ ਸੀਗਾ ਬੇਰੰਗ ਵਾਪਸ ਪਰਤੇ ਸੀ ਕਿਸਾਨ, ਉਸੇ ਤਰ੍ਹਾਂ ਹੋਊਗਾ? ਜੇ ਕੇਂਦਰ ਦੀ ਨੀਤ ਸਾਫ਼ ਹੋਵੇ ਤਾਂ ਸਿੱਟੇ ਨਿਕਲ ਸਕਦੇ ਆ, ਕੋਈ ਇਹੀ ਗੱਲ ਨਹੀਂ, ਗੱਲਬਾਤ ਰਾਹੀਂ ਮਸਲੇ ਹੱਲ ਹੋਏ ਕਰਦੇ ਆ।
ਠੀਕ ਹੈ ਸੱਜਣ ਸੈਣੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਤਮਾਮ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ, ਤਮਾਮ ਜਾਣਕਾਰੀ ਦੇਣ ਦੇ ਲਈ। ਤਾਂ ਜਿਸ ਹਿਸਾਬ ਦੇ ਨਾਲ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਵਧਦਾ ਜਾ ਰਿਹਾ, ਉਸ ਤੋਂ ਬਾਅਦ ਕੇਂਦਰ ਸਰਕਾਰ ਦਾ ਇੱਕ ਨਵਾਂ ਰੂਪ ਅਖਤਿਆਰ ਕੀਤਾ ਤੇ ਨਾਲ ਹੀ ਕਿਸਾਨਾਂ ਨਾਲ ਹੁਣ ਗੱਲਬਾਤ ਕਰਨ ਦੀ ਆਸ ਬੱਝੀ ਹੈ ਕਿ ਕਿਸਾਨਾਂ ਨਾਲ ਗੱਲਬਾਤ ਹੋਏਗੀ। ਪਰ ਚਿੰਤਾ ਇਹ ਹੈ ਕਿ ਪਹਿਲਾਂ ਦੀ ਤਰ੍ਹਾਂ ਕਿ ਕਿਸਾਨਾਂ ਦੇ ਨਾਲ ਕਾਨੂੰਨਾਂ ਪ੍ਰਤੀ ਸਮਝਾਉਣ ਦੀ ਕੋਸ਼ਿਸ਼ ਕਰੇਗੀ ਕੇਂਦਰ ਸਰਕਾਰ, ਜਾਂ ਫਿਰ ਸੋਧ ਜਾਂ ਇਹਨਾਂ ਕਾਨੂੰਨਾਂ ਨੂੰ ਰੱਦ ਕਰੇਗੀ। ਇੱਕ ਵੱਡਾ ਸਵਾਲ ਹੈ, ਆਉਣ ਵਾਲੇ ਸਮੇਂ 'ਚ ਕਲੀਅਰ ਹੋਏਗਾ। ਇਸ ਦੇ ਨਾਲ ਹੁਣ ਮੋਗਾ ਤੋਂ ਰੁਕ ਕਰਦੇ ਹਾਂ। ਮੋਗਾ ਵਿਖੇ ਵੀ ਸਾਡੇ ਸਹਿਯੋਗੀ ਗੁਰਦੇਵ ਭਾਮ ਨੇ ਕਿਸਾਨਾਂ ਨਾਲ ਖਾਸ ਗੱਲਬਾਤ ਕੀਤੀ, ਆਓ ਸੁਣਦੇ ਹਾਂ। ਮੌਜੂਦਾ ਮੋਗਾ ਦੇ ਰੇਲਵੇ ਸਟੇਸ਼ਨ ਦੇ ਉੱਤੇ, ਜਿੱਥੇ ਪਹਿਲਾਂ ਕਿਸਾਨ ਟਰੈਕ ਤੇ ਬੈਠਾ ਸੀ, ਉਸ ਤੋਂ ਬਾਅਦ ਪਲੇਟਫਾਰਮ ਤੇ ਆ ਗਿਆ ਤੇ ਹੁਣ ਪਾਰਕਾਂ 'ਚ ਬੈਠਾ ਹੋਇਆ। ਕਿਤੇ ਨਾ ਕਿਤੇ ਆਪਦੀ ਆਵਾਜ਼ ਦਿੱਲੀ ਤੱਕ ਪਹੁੰਚਦੀ ਹੋਈ ਨਜ਼ਰ ਆ ਰਹੀ ਆ। ਸੁਰਜੀਤ ਕੁਮਾਰ ਜੈਨੀ ਨੇ ਕੱਲ੍ਹ ਬਿਆਨ ਦਿੱਤਾ ਸੀ, ਮੁਲਾਕਾਤ ਵੀ ਕੀਤੀ ਰਾਜਨਾਥ ਸਿੰਘ ਨਾਲ। ਉਸ ਤੋਂ ਬਾਅਦ ਕਿਹਾ ਗਿਆ ਨਰਿੰਦਰ ਤੋਮਰ ਜੋ ਕਿ ਕ੍ਰਿਸ਼ੀ ਮੰਤਰੀ ਹੈ, ਪੰਜਾਬ ਦੇ ਹਿੰਦੁਸਤਾਨ ਦੇ ਖੇਤੀਬਾੜੀ ਮੰਤਰੀ ਆ, ਉਹਨਾਂ ਨੂੰ ਕਿਹਾ ਗਿਆ ਕਿ ਜਲਦ ਹੀ ਰਾਜਨਾਥ ਸਿੰਘ ਕਿਸਾਨਾਂ ਨਾਲ ਕੋਈ ਮੁਲਾਕਾਤ ਕਰਨਗੇ ਤਾਂ ਕੋਈ ਸਿੱਟਾ ਨਿਕਲੂਗਾ। ਦਵਾਈ ਤੋਂ ਬਾਅਦ ਮੁਲਾਕਾਤ ਕੀਤੀ ਜਾਊਗੀ। ਪਰ ਫਿਰ ਹਾਲ ਜਿਹੜਾ ਕਿਸਾਨਾਂ ਦੇ ਵਿੱਚ ਤੇ ਸਰਕਾਰ ਦੇ ਰੇੜਕਾ ਹਲੇ ਵੀ ਚੱਲ ਰਿਹਾ। ਕਿਸਾਨਾਂ ਨਾਲ ਮੌਜੂਦ ਨੇ, ਗੱਲ ਕਰ ਜਿਹੜਾ ਬਿਆਨ ਹੈ ਕਿਵੇਂ ਦੇਖਦੇ ਹੋ? ਬਿਆਨ ਜਿਹੜੇ ਜੀ, ਜੇ ਤਾਂ ਉਹਨੂੰ ਅਮਲੀ ਜਾਮਾ ਪਹਿਨਾਉਣ ਤੇ ਇਹਦਾ ਸਵਾਗਤਯੋਗ ਬਿਆਨ ਹੈ, ਕਿਉਂਕਿ ਸੁਰਜੀਤ ਕੁਮਾਰ ਜਾਨੀ ਵੀ ਧਰਤੀ ਨਾਲ ਜੁੜਿਆ ਹੋਇਆ ਮਨੁੱਖ ਹੈ, ਆਪਣੇ ਖੇਤੀ ਨਾਲ ਜੁੜਿਆ ਹੋਇਆ ਮਨੁੱਖ ਹੈ। ਉਹਨੂੰ ਖੇਤਾਂ ਦੇ ਦਰਦ ਦਾ ਪਤਾ ਹੈ, ਉਹਨੂੰ ਫਸਲਾਂ ਦੇ ਰੁਲਦੀਆਂ ਫਸਲਾਂ ਦਾ ਵੀ ਦਰਦ ਉਹਨੇ ਦੇਖਿਆ ਹੋਇਆ ਹੈ। ਇਸ ਲਈ ਜੇ ਉਹ ਪੰਜਾਬ ਦੀ ਆਵਾਜ਼ ਬਣ ਕੇ ਗੱਲ ਕਰਦਾ ਹੈ ਤੇ ਪੰਜਾਬ ਦੇ ਕਿਸਾਨ ਜਿਹੜੇ, ਬਾਕੀ ਪੰਜਾਬ ਦੇ ਕਿਸਾਨ ਹੀ ਨਹੀਂ ਇਕੱਲੇ, ਜਿਹੜੇ ਹਿੰਦੁਸਤਾਨ ਦੇ ਕਿਸਾਨ ਹੈ, ਉਹ ਸਾਰੇ ਹੀ ਟੇਬਲ ਟਾਕ ਲਈ ਤਿਆਰ ਨੇ। ਜੇ ਟੇਬਲ ਟਾਕ ਸਦਭਾਵਨਾ ਮਾਹੌਲ ਵਿੱਚ ਹੁੰਦੀ ਹੈ ਤੇ ਅਸੀਂ ਇਸ ਜੋ ਸਰਕਾਰ ਜਿਹੜੀ ਹੈ ਉਹ ਕਾਨੂੰਨਾਂ ਨੂੰ ਰੱਦ ਕਰਦਾ ਹੈ ਤੇ ਅਸੀਂ ਇਸ ਮੂਵਮੈਂਟ ਨੂੰ, ਅੰਦੋਲਨ ਨੂੰ ਵਾਪਸ ਲੈਣ ਲਈ ਤਿਆਰ। ਬਿਲਕੁਲ ਜੀ, ਵਾਪਸ ਲੈਣ ਤਿਆਰ ਆ ਜੇਕਰ ਕੋਈ ਗੱਲਬਾਤ ਵਧੀਆ ਸਿੱਟੇ ਨਿਕਲਦੇ ਤੇ ਕਿਸਾਨਾਂ ਦੇ ਹੱਕ ਦੀ ਗੱਲ ਹੁੰਦੀ ਹੈ। ਕੀ ਨਾਮ ਤੁਹਾਡਾ? ਮੇਰਾ ਨਾਮ ਮੇਜਰ ਸਿੰਘ ਹੈ ਜੀ। ਮੇਜਰ ਸਿੰਘ, ਤੁਸੀਂ ਅੱਜ ਮੋਗਾ ਪਹੁੰਚੇ, ਆ ਕੇ ਕਿਸਾਨਾਂ ਦੇ ਧਰਨੇ ਵਿੱਚ ਬੈਠਦੇ ਹੋ ਜੀ। ਜੇ ਸਰਕਾਰ ਵੱਲੋਂ ਫੈਸਲਾ ਆਇਆ ਜਾਂ ਗੱਲਬਾਤ ਕਰਨ ਦੀ ਗੱਲ ਕਹੀ, ਕਿਵੇਂ ਦੇਖਦੇ ਤੁਸੀਂ ਇਸ ਨੂੰ? ਇਸ ਨੂੰ ਤਾਂ ਇਹੋ ਹੈ ਜੀ, ਸਰਕਾਰ ਇਹਨੂੰ ਇਕੱਲੇ ਹੀ ਪੰਜਾਬ ਨਾਲ ਜੋੜ ਕੇ ਨਾ ਵੇਖੇ, ਸਮੁੱਚੇ ਹਿੰਦੁਸਤਾਨ ਦਾ ਹੀ ਮਸਲਾ ਹੈ ਤੇ ਉੱਥੋਂ ਕੋਈ ਜਿਹੜੀ ਕੰਪੀਟੈਂਟ ਅਥਾਰਟੀ ਹੈ, ਯੋਗ ਜਿਹੜੇ ਵਿਅਕਤੀ ਆ ਜਿਨ੍ਹਾਂ ਦਾ ਫੈਸਲਾ ਮੰਨਿਆ ਜਾ ਸਕਦਾ ਹੈ, ਉਹਨੂੰ ਕੋਈ ਪ੍ਰੈਸ ਵੀ ਮਹਾਨਤਾ ਦੇਵੇ, ਜਥੇਬੰਦੀਆਂ ਵੀ ਮਹਾਨਤਾ ਦੇਣ ਵੀ ਵਾਕਿਆ ਹੀ ਇਸ ਬੰਦੇ ਨੇ ਜਿਹੜੇ ਲਫ਼ਜ਼ ਬੋਲੇ ਆ, ਮਿੰਟ ਤੋੜ ਕੇ ਬੋਲੇ ਆ ਔਰ ਕੇਂਦਰ ਉਹਦੇ ਤੇ ਫੁੱਲ ਚੜਾਊਗਾ, ਉਹਦੇ ਨਾਲ ਹੀ ਫਾਇਦਾ ਹੈ। ਤੇ ਇਸ ਕਰਕੇ ਜਿਹੜਾ ਵੀ ਕੋਈ ਯੋਗ ਅਧਿਕਾਰੀ ਆਵੇ, ਉਹ ਪੂਰੀਆਂ ਤਾਕਤਾਂ ਨਾਲ, ਪੂਰੀਆਂ ਪਾਵਰਾਂ ਨਾਲ ਫੈਸਲਾ ਕੌਣ ਲਹਿਜੇ 'ਚ ਹੀ ਆਵੇ ਤੇ ਕਾਨੂੰਨ ਰੱਦ ਕਰਨ ਦਾ ਜਿਹੜਾ ਉਹ ਹੈਗਾ ਉਹ ਵਾਅਦਾ ਕਰੇ ਕਿਸਾਨ ਜਥੇਬੰਦੀਆਂ ਨਾਲ, ਤੇ ਅਸੀਂ ਸਵਾਗਤ ਕਰਾਂਗੇ। ਸਵਾਗਤ ਕਰਨਗੇ ਕਿਸਾਨ। ਕੀ ਨਾਮ ਤੁਹਾਡਾ? ਮੈਂ ਜੀ ਕੁਲਦੀਪ ਸਿੰਘ ਭੋਲਾ। ਕੁਲਦੀਪ ਸਿੰਘ ਜੀ, ਤੁਸੀਂ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ, ਖਾਸ ਤੌਰ ਤੇ ਕਿਸਾਨੀ ਦੇ ਮੁੱਦਿਆਂ ਨੂੰ ਲੈ ਕੇ। ਅੱਜ ਕੇਂਦਰ ਸਰਕਾਰ ਵੱਲੋਂ ਇੱਕ ਆਇਆ, ਜੇ ਪਹਿਲਾਂ ਵੀ ਮੁਲਾਕਾਤਾਂ ਮੀਟਿੰਗਾਂ ਹੋਈਆਂ, ਕੋਈ ਸਿੱਟਾ ਨਿਕਲ ਪਾਏਗਾ? ਇਸ ਵਾਰ ਕਿਵੇਂ ਦੇਖਦੇ ਹੋ ਸਿੱਟਾ ਨਿਕਲ ਪਾਏਗਾ? ਬਿਲਕੁਲ ਜੀ, ਕੋਈ ਵੀ ਅੱਜ ਤੱਕ ਇਤਿਹਾਸ ਹੈ ਜਿਹੜਾ ਉਹ ਗਵਾਹ ਹੈ ਇਸ ਗੱਲ ਦਾ ਵੀ ਜਦੋਂ ਲੋਕ ਟੇਬਲ ਤੇ ਬੈਠਦੇ ਆ, ਆਪਸ 'ਚ ਵਿਚਾਰ ਚਰਚਾ ਕਰਦੇ ਆ, ਉਹਦੇ 'ਚੋਂ ਹੀ ਸਿੱਟੇ ਨਿਕਲਦੇ ਆ। ਜੇ ਰਾਹ ਖੁੱਲ੍ਹਣ ਜਾ ਰਿਹਾ ਦੁਬਾਰਾ ਤੋਂ ਫਿਰ ਟੇਬਲ ਤੇ ਬੈਠਣ ਦਾ, ਤੇ ਆਸ ਹੈ ਕਿ ਇਹਦੇ 'ਚੋਂ ਰਾਹ ਨਿਕਲੇਗਾ। ਜੋ ਲੋਕਾਂ ਦੀ ਭਾਵਨਾ ਹੈ, ਕਿਸਾਨਾਂ ਦੀ ਭਾਵਨਾ ਹੈ, ਉਹਦੇ ਮੁਤਾਬਕ ਫੈਸਲਾ ਹੋਏਗਾ। ਅਸੀਂ ਇਸ ਨੂੰ ਹਾਂ ਪੱਖੀ ਪੱਖ ਤੋਂ। ਸੋ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਫਿਰੋਜ਼ਪੁਰ ਤੋਂ ਸਾਡੇ ਸਹਿਯੋਗੀ ਸਨੀ ਚੋਪੜਾ ਵੀ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ, ਉਹਨਾਂ ਤੋਂ ਵੀ ਜਾਣਕਾਰੀ ਲੈਂਦੇ ਹਾਂ। ਕਿਸਾਨਾਂ ਨਾਲ ਗੱਲਬਾਤ ਕਰ ਰਹੇ ਨੇ। ਸਨੀ, ਜਾਣਕਾਰੀ ਚਾਹਾਂਗੇ ਕਿ ਹੁਣ ਕੇਂਦਰ ਸਰਕਾਰ ਦੁਆਰਾ ਜੋ ਗੱਲ ਕੀਤੀ ਗਈ ਹੈ, ਭਾਜਪਾ ਆਗੂਆਂ ਦੁਆਰਾ ਮੁਲਾਕਾਤ ਕਰਨ ਤੋਂ ਬਾਅਦ ਕਿ ਕੇਂਦਰ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ ਕਿਸਾਨਾਂ ਦੇ ਨਾਲ, ਆਖਿਰ ਰੇੜਕਾ ਹੁਣ ਇਹੀ ਬਰਕਰਾਰ ਹੈ ਕਿ ਕਿਸਾਨਾਂ ਨਾਲ ਜੋ ਗੱਲਬਾਤ ਹੋਣੀ ਹੈ ਉਹ ਸਿੱਟਾ ਉਸ ਦਾ ਕੋਈ ਨਿਕਲੇਗਾ, ਜਾਂ ਪਹਿਲਾਂ ਦੀ ਤਰ੍ਹਾਂ ਜਿਸ ਹਿਸਾਬ ਦੇ ਨਾਲ ਦਿੱਲੀ 'ਚ ਮੀਟਿੰਗਾਂ ਹੋਈਆਂ ਉਹ ਬੇਸਿੱਟਾ ਰਹੀਆਂ, ਜਿਸ ਤੋਂ ਬਾਅਦ ਕਿਸਾਨ ਆਗੂਆਂ ਦਾ ਸੰਘਰਸ਼ ਲਗਾਤਾਰ ਜਾਰੀ ਰਿਹਾ? ਤਾਂ ਕੀ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਵੀ ਕਿਸਾਨਾਂ ਦਾ ਸੰਘਰਸ਼ ਜੋ ਜਾਰੀ ਰਹੇਗਾ, ਜਾਂ ਫਿਰ ਉਹ ਸੰਘਰਸ਼ ਨੂੰ ਆਪਣਾ ਦਬਾ ਲੈਣਗੇ ਜਾਂ ਉਸ ਨੂੰ ਬੰਦ ਕਰ ਦੇਣਗੇ? ਬਿਲਕੁਲ ਗੁਰਪ੍ਰੀਤ, ਦੇਖਿਆ ਜਾਵੇ ਜਿੱਦਾਂ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹੈਗੇ ਨੇ, ਪਹਿਲੇ ਰੇਲਵੇ ਪਲੇਟਫਾਰਮਾਂ ਦੇ ਉੱਪਰ ਬੈਠੇ ਸੀ, ਪਰ ਉਸ ਤੋਂ ਬਾਅਦ ਚੋਂ ਹੁਣ ਜਿਹੜਾ ਰੇਲਵੇ ਸਟੇਸ਼ਨਾਂ ਦੇ ਬਾਹਰ ਆ ਕੇ ਜਿਹੜਾ ਬੈਠੇ ਹੋਏ ਨੇ, ਠੰਡ ਦੇ ਵਿੱਚ ਵੀ ਬਾਹਰ ਦਿਨ ਰਾਤ ਇੱਥੇ ਬੈਠੇ ਹੋਏ ਨੇ। ਹੁਣ ਦੇਖਦੇ ਹੈਗੇ ਆ ਕਿ ਭਾਜਪਾ ਦੇ ਆਗੂ ਜਿਹੜਾ ਹੈ ਉਹ ਕੇਂਦਰ ਸਰਕਾਰ ਨੂੰ ਮਿਲੇ ਹੈਗੇ, ਕਿਉਂਕਿ ਪਹਿਲੇ ਸੁਰਜੀਤ ਕੁਮਾਰ ਜਾਨੀ ਨੇ ਕਿਹਾ ਹੈਗਾ ਸੀ ਕਿ ਸਾਡੀ ਜਿਹੜੀ ਹੈ ਗੱਲ ਨਹੀਂ ਜਿਹੜੀ ਹੈ ਸੁਣੀ ਜਾ ਰਹੀ। ਉਸ ਤੋਂ ਬਾਅਦ ਜਿਹੜੀ ਹੈ ਸੁਰਜੀਤ ਕੁਮਾਰ ਜਾਨੀ ਜਿਹੜੇ ਉੱਥੇ ਗਏ ਹੈਗੇ ਨੇ ਤੇ ਉੱਥੇ ਗੱਲਬਾਤ ਕੀਤੀ ਹੈਗੀ ਹੈ ਰਾਜਨਾਥ ਦੇ ਨਾਲ ਤੇ ਤੋਮਰ ਦੇ ਨਾਲ, ਜਿਹੜੇ ਮੰਤਰੀ ਹੈਗੇ ਨੇ। ਹੁਣ ਦੇਖਿਆ ਜਾਵੇ ਕਿਸਾਨਾਂ ਨੂੰ ਵੀ ਜਿਹੜੀ ਹੈ, ਕਿਸਾਨ ਵੀ ਹੁਣ ਜਾਣਾ ਚਾਹੁੰਦੇ ਆ, ਗੱਲਬਾਤ ਕਰਨਾ ਚਾਹੁੰਦੇ ਹੈਗੇ ਨੇ ਕਿ ਕੋਈ ਸਿੱਟਾ ਜਿਹੜਾ ਹੈ ਉਹ ਨਿਕਲ ਕੇ ਆਵੇ, ਕਿਉਂਕਿ ਕਾਫੀ ਲੰਬਾ ਸੰਘਰਸ਼ ਹੋ ਗਿਆ, 2 ਮਹੀਨੇ ਦਾ ਸਮਾਂ ਹੋ ਗਿਆ, ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹੈਗੇ ਨੇ ਤੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈਗਾ ਕਿ ਕਿਸਾਨਾਂ ਨਾਲ ਗੱਲਬਾਤ ਕਰਕੇ ਕੋਈ ਸਿੱਟਾ ਕੱਢਣਾ ਚਾਹੀਦਾ। ਤੁਹਾਨੂੰ ਤਸਵੀਰ ਦਿਖਾ ਦੇਣਾ ਚਾਹੁੰਦਾ ਗੁਰਪ੍ਰੀਤ, ਤੁਸੀਂ ਦੇਖ ਸਕਦੇ ਹੈਗੇ ਹੋ ਕਿ ਕਿਸਾਨ ਜਿਹੜਾ ਇੱਥੇ ਬੈਠੇ ਹੋਏ ਨੇ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਦੇ ਬਾਹਰ ਜਿਹੜਾ ਟੈਂਟ ਲਾ ਕੇ ਕਿਸਾਨ
ਜਿਹੜਾ ਇੱਥੇ ਬੈਠੇ ਨੇ, ਪੱਕਾ ਮੋਰਚਾ ਲਾਇਆ ਹੋਇਆ ਹੈ, ਸੰਘਰਸ਼ ਜਿਹੜਾ ਉਹ ਤੇਜ਼ ਕਰ ਰਹੇ ਹੈਗੇ ਨੇ। ਲਗਾਤਾਰ ਜਿਹੜੀ ਹੈ ਇਹੀ ਮੰਗ ਹੈਗੀ ਹੈ ਖੇਤੀ ਕਾਨੂੰਨ ਰੱਦ ਕੀਤੇ ਜਾਣ ਜਾਂ ਉਹਦੇ 'ਚ ਅਮੈਂਡਮੈਂਟ ਕੀਤੀ ਜਾਵੇ। ਗੱਲਬਾਤ ਵੀ ਕਰਾਂਗੇ ਕਿਸਾਨਾਂ ਦੇ ਨਾਲ ਕਿ ਕਿਵੇਂ ਦੇਖਦੇ ਹੈਗੇ ਨੇ ਹੁਣ ਕੇਂਦਰ ਸਰਕਾਰ ਨਾਲ ਕੀ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੈਗੇ ਹੋ, ਕਿਉਂਕਿ ਜਿਹੜੇ ਸੁਰਜੀਤ ਕੁਮਾਰ ਸੀ ਉਹ ਵੀ ਉੱਥੇ ਗਏ ਹੈਗੇ ਨੇ, ਜੈਨੀ ਸਾਹਿਬ ਉਹਨਾਂ ਨੇ ਵੀ ਗੱਲਬਾਤ ਕੀਤੀ ਹੈਗੀ ਹੈ ਰਾਜਨਾਥ ਨਾਲ ਤੇ ਤੋਮਰ ਜੀ ਨਾਲ, ਤੇ ਹੁਣ ਲੱਗ ਰਿਹਾ ਹੈਗਾ ਕਿ ਜਿਹੜਾ ਸਿੱਟਾ ਨਿਕਲ ਕੇ ਆਊਗਾ ਕੁਝ। ਹਾਂਜੀ ਬਿਲਕੁਲ, ਜੇ ਸਰਕਾਰ ਗੱਲ ਕਰਨਾ ਚਾਹੁੰਦੀ ਏ ਤੇ ਅਸੀਂ ਤਾਂ ਗੱਲ ਕਰਨ ਨੂੰ ਤਿਆਰ ਹਾਂ। ਅਸੀਂ ਤਾਂ ਅੱਗੇ ਵੀ ਦਿੱਲੀ ਜਾ ਕੇ ਸਾਡੇ ਲੀਡਰ ਸਾਹਿਬਾਨ ਮੁੜ ਕੇ ਆ ਗਏ ਨੇ, ਪਰ ਸਰਕਾਰ ਹੀ ਗੱਲ ਕਰਨ ਨੂੰ ਨਹੀਂ ਸੀ ਤਿਆਰ। ਹੁਣ ਅੱਗੇ ਦੀਵਾਲੀ ਦਾ ਤਿਉਹਾਰ ਆ ਰਿਹਾ, ਅਸੀਂ ਚਾਹੁੰਦੇ ਹਾਂ ਵੀ ਜਿਹੜੀ ਕੇਂਦਰ ਸਰਕਾਰ ਹੈ ਸਾਨੂੰ ਦੀਵਾਲੀ ਤੋਂ ਪਹਿਲਾਂ ਸਾਦੀ ਤੇ ਇਹ ਜਿਹੜੇ ਕਾਨੂੰਨ ਨੇ ਇਹ ਸਾਨੂੰ ਕਿਸਾਨਾਂ ਨੂੰ ਦੀਵਾਲੀ ਦਾ ਤੋਹਫਾ ਦੇਣ ਦੇ ਨਾਲ ਨਾਲ ਇਹ ਕਾਨੂੰਨ ਰੱਦ ਕਰਦੀ ਸਾਡੇ ਲਈ ਇੱਕ ਬੜਾ ਵਧੀਆ ਤੋਹਫਾ ਅਸੀਂ ਦੀਵਾਲੀ ਦਾ ਇਹਨੂੰ ਸਮਝਣਾ ਸੀ। ਪਰ ਸਰਕਾਰ ਨੇ ਦੀਵਾਲੀ ਤੋਂ ਬਾਅਦ ਦਾ ਟਾਈਮ ਮੀਡੀਆ ਰਾਹੀਂ ਅਸੀਂ ਸੁਣਿਆ ਵੀ ਕਿਸਾਨਾਂ ਨੂੰ ਦਿੱਤਾ ਜਾਵੇਗਾ। ਜੇ ਉਹ ਸਾਨੂੰ ਲੇਟ ਲੱਗਦਾ, ਅਸੀਂ ਚਾਹੁੰਦੇ ਹਾਂ ਵੀ ਪਹਿਲਾਂ ਦੇ ਕੇ ਸਾਡੇ ਨਾਲ ਗੱਲਬਾਤ ਕਰਕੇ ਸਰਕਾਰ ਸਾਡੇ ਮਸਲੇ ਹੱਲ ਕਰੇ, ਕਾਨੂੰਨ ਰੱਦ ਕਰੇ। ਕੀ ਤੁਹਾਨੂੰ ਲੱਗਦਾ ਕਿ ਇਹ ਮਸਲਾ ਹੱਲ ਹੋਊਗਾ? ਕਿਉਂਕਿ ਲਗਾਤਾਰ ਤੁਸੀਂ ਸੰਘਰਸ਼ ਕਰ ਰਹੇ ਹੋ, ਅੱਜ 2 ਮਹੀਨੇ ਦਾ ਸਮਾਂ ਹੋ ਗਿਆ ਹੋਇਆ ਤੇ ਹਲੇ ਵੀ ਤੁਸੀਂ ਬੈਠੇ ਹੋਏ ਹੋ, ਸੰਘਰਸ਼ ਨੂੰ ਤੇਜ਼ ਕਰ ਰਹੇ ਹੈਗੇ ਹੋ, ਦਿੱਲੀ ਨੂੰ ਵੀ ਜਿਹੜਾ ਤੁਸੀਂ ਕੂਚ ਕਰਨਾ ਹੈਗਾ। ਸਾਨੂੰ ਜੇ ਸਰਕਾਰ ਚਾਹਵੇ ਜੀ, ਜਦੋਂ ਇਹ ਕਾਨੂੰਨ ਹੀ ਸਾਡੇ ਹੱਕ 'ਚ ਨਹੀਂ ਸਾਨੂੰ ਲੱਗ ਰਿਹਾ, ਸਰਕਾਰ ਚਾਹਵੇ ਜਦੋਂ ਸਾਨੂੰ ਨਹੀਂ ਪਸੰਦ ਇਹ ਕਾਨੂੰਨ, ਸਰਕਾਰ ਇਹਨੂੰ ਖਤਮ ਕਰਨਾ ਚਾਹਵੇ, ਅਸੀਂ ਕਹਿੰਦੇ ਆ ਵੀ ਇਹਦੇ 'ਚ ਜਾਂ ਕੋਈ ਸਾਡੇ ਕੋਲੋਂ ਪੁੱਛ ਕੇ ਅਮੈਂਡਮੈਂਟ ਕਰੇ ਤੇ ਜਾਂ ਇਹਨੂੰ ਰੱਦ ਕਰ ਦੇ। ਬਸ ਹੋ ਸਕਦਾ ਸਰਕਾਰ ਅੱਗੇ ਕੀ ਵੱਡਾ ਗੱਲ ਏ, ਸਾਡੀ ਚੁਣੀ ਸਰਕਾਰ ਏ, ਉਹਨਾਂ ਨੂੰ ਚਾਹੀਦਾ ਵੀ ਇਹਦੇ ਉੱਤੇ ਪੂਰਾ ਧਿਆਨ ਦੇਣ। ਬਾਕੀ ਟਰੈਕ ਸਾਰੇ ਖਾਲੀ ਨੇ, ਮਾਲ ਗੱਡੀਆਂ ਵੀ ਅਸੀਂ ਕਹਿੰਦੇ ਆ ਵੀ ਦਵਾ ਦਵਾ ਆਪਦੀਆਂ ਚਾਲੂ ਕਰ ਲੈਣ ਜਲਦੀ। ਕਿਵੇਂ ਦੇਖਦੇ ਹੋ ਕਿ ਹੁਣ ਰੇਲਵੇ ਜਿਹੜਾ ਕਹਿੰਦਾ ਹੈਗਾ ਕਿ ਗੱਡੀਆਂ ਚੱਲਣਗੀਆਂ ਤਾਂ ਸਾਰੀਆਂ ਚੱਲਣਗੀਆਂ, ਕਿਸਾਨਾਂ ਦੇ ਕਹਿਣ ਤੇ ਨਹੀਂ ਚੱਲੇਗਾ ਕਿ ਆਹ ਗੱਡੀ ਚੱਲੇਗੀ ਉਹ ਚੱਲੇਗੀ, ਕਿ ਹੁਣ ਗੱਡੀਆਂ ਜੇ ਚੱਲਣਗੀਆਂ ਤਾਂ ਸਾਰੀਆਂ ਗੱਡੀਆਂ ਚੱਲਣਗੀਆਂ। ਟਰੈਕ ਜਿਹੜੇ ਆ ਉਹ ਹਲੇ ਖਾਲੀ ਨਹੀਂ ਹੈਗੇ ਸੀ, ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਦੱਸਿਆ ਵੀ ਹੈਗਾ ਸੀਗਾ। ਕਿਵੇਂ ਦੇਖਦੇ ਹੋ ਕਿ ਟਰੈਕ ਸਾਰੇ ਖਾਲੀ ਹੈਗੇ ਨੇ, ਰੇਲਵੇ ਪਲੇਟਫਾਰਮ ਤੇ ਵੀ ਹਲੇ ਕੋਈ ਕਿਸਾਨ ਬੈਠੇ ਨੇ? ਨਹੀਂ ਜੀ, ਕੋਈ ਨਹੀਂ ਬੈਠਾ, ਰੇਲਵੇ ਟਰੈਕ ਵੀ ਖਾਲੀ ਨੇ, ਰੇਲਵੇ ਸਟੇਸ਼ਨ ਵੀ ਖਾਲੀ ਨੇ, ਅਸੀਂ ਤਾਂ ਬਾਹਰ ਪਾਰਕਿੰਗ 'ਚ ਬੈਠੇ ਆ। ਅਸੀਂ ਚਾਹੁੰਦੇ ਆ ਕਿ ਸਰਕਾਰ ਇੱਕ ਵਾਰ ਮਾਲ ਗੱਡੀਆਂ ਚਲਾ ਲੇ, ਉਸ ਤੋਂ ਬਾਅਦ ਅਸੀਂ ਵੇਖੋ 4 ਕਦਮ ਪਿੱਛੇ ਹਟੇ ਆ, ਸਰਕਾਰ ਸਾਡੇ ਵੱਲ ਨੂੰ ਕਦਮ ਵਧਾਵੇ, ਸਾਡੇ ਨਾਲ ਗੱਲਬਾਤ ਕਰੇ। ਉਸ ਤੋਂ ਬਾਅਦ ਮਾਲ ਸਵਾਰੀਆਂ ਵਾਲੀਆਂ ਗੱਡੀਆਂ ਵੀ, ਪੈਸੇਂਜਰ ਟ੍ਰੇਨਾਂ ਵੀ ਚੱਲ ਜਾਣਗੀਆਂ, ਪਰ ਪਹਿਲਾਂ ਸਰਕਾਰ ਸਾਡੇ ਨਾਲ ਗੱਲਬਾਤ ਕਰਕੇ ਤੇ ਮਾਲ ਗੱਡੀਆਂ ਚਲਾਓ। ਤੁਹਾਡਾ ਬਹੁਤ ਬਹੁਤ ਧੰਨਵਾਦ ਤਮਾਮ ਜਾਣਕਾਰੀ ਦੇਣ ਦੇ ਲਈ। ਸਾਡੇ ਸਹਿਯੋਗੀ ਗੁਰਦੇਵ ਪੰਮ ਮੋਗਾ ਤੋਂ ਸਾਡੇ ਨਾਲ ਜੁੜੇ ਹੋਏ ਨੇ, ਉੱਥੇ ਕਿਸਾਨ ਮੌਜੂਦ ਨੇ, ਉਹਨਾਂ ਦੇ ਨਾਲ ਔਰ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਕਿਸਾਨ ਇਸ ਦੇ ਬਾਰੇ ਵਿੱਚ ਕੀ ਸੋਚਦੇ ਆ। ਜੇਕਰ ਕੇਂਦਰ ਉਹਨਾਂ ਦੇ ਨਾਲ ਗੱਲਬਾਤ ਦੇ ਰਾਹ ਖੋਲ੍ਹਦਾ ਹੈ, ਗੱਲਬਾਤ ਦੇ ਲਈ ਤਿਆਰ ਹੁੰਦਾ ਤਾਂ ਫਿਰ ਕਿਸਾਨ ਜਿਹੜੇ ਨੇ ਉਹ ਕੀ ਜਾਣਗੇ। ਗੁਰਦੇਵ, ਕੀ ਕੁਝ ਜਾਣਕਾਰੀ ਹੈ, ਕਿਸਾਨ ਕੀ ਕਹਿੰਦੇ ਆ? ਜਿਸ ਤਰੀਕੇ ਦੇ ਨਾਲ ਸੁਰਜੀਤ ਕੁਮਾਰ ਜੈਨੀ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ, ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕਰਕੇ ਆਏ ਸੀ ਔਰ ਇਹ ਗੱਲ ਉਹਨਾਂ ਨੇ ਬਾਹਰ ਆ ਕੇ ਕਹੀ ਕਿ ਕਿਸਾਨਾਂ ਦੇ ਨਾਲ ਜਲਦ ਹੀ ਕੇਂਦਰ ਦੇ ਵੱਲੋਂ ਜਿਹੜੀ ਹੈ ਉਹ ਗੱਲਬਾਤ ਕੀਤੀ ਜਾਏਗੀ। ਕਿਸਾਨ ਇਸ ਦੇ ਬਾਰੇ ਵਿੱਚ ਕੀ ਸੋਚਦੇ ਨੇ, ਜਾਂ ਫਿਰ ਜੋ ਹੁਣ ਤੱਕ ਸੂਬੇ ਦੇ ਵਿੱਚ ਮਾਲ ਗੱਡੀਆਂ ਨਹੀਂ ਚੱਲ ਸਕੀਆਂ ਉਸ ਨੂੰ ਲੈ ਕੇ ਕਿਸਾਨ ਕੀ ਸੋਚਦੇ? ਬਿਲਕੁਲ ਜਿੱਦਾਂ ਦੀ ਗੱਲ ਕੀਤੀ ਹੈ, ਕਿਸਾਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀ, 35-40 ਦਿਨ ਹੋ ਗਏ ਜਿਸ ਦੇ ਵਿੱਚ ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਕੀਤਾ ਗਿਆ। ਹੁਣ ਲੱਗਦਾ ਕਿ ਦਿੱਲੀ ਤੱਕ ਕਿਸਾਨਾਂ ਦੀ ਆਵਾਜ਼ ਪਹੁੰਚਦੀ ਹੋਈ ਨਜ਼ਰ ਆ ਰਹੀ ਆ। ਸੁਰਜੀਤ ਕੁਮਾਰ ਜਾਨੀ ਨੇ ਮੁਲਾਕਾਤ ਕੀਤੀ ਆ ਰਾਜਨਾਥ ਸਿੰਘ ਨਾਲ ਤੇ ਉਸ ਤੋਂ ਬਾਅਦ ਆ ਕੇ ਇਹੀ ਬਿਆਨ ਦਿੱਤਾ ਕਿ ਜਲਦ ਹੀ ਦੀਵਾਲੀ ਤੋਂ ਬਾਅਦ ਕਿਸਾਨਾਂ ਨਾਲ ਰਾਜਨਾਥ ਸਿੰਘ ਜਾ ਕੇ ਕ੍ਰਿਸ਼ੀ ਮੰਤਰੀ ਜਿਹੜੇ ਆ ਹਿੰਦੁਸਤਾਨ ਦੇ ਨਰਿੰਦਰ ਤੋਮਰ ਜੀ ਉਹ ਗੱਲਬਾਤ ਕਰਨਗੇ। ਕਿਤੇ ਨਾ ਕਿਤੇ ਕੋਈ ਰਾਹ ਖੋਲ੍ਹਦੇ ਹੋਏ ਨਜ਼ਰ ਆ ਰਿਹਾ, ਕਿਸਾਨਾਂ ਦਾ ਸੰਘਰਸ਼ ਜਿਹੜਾ ਹੈ ਕਾਮਯਾਬ ਹੁੰਦਾ ਨਜ਼ਰ ਆ ਰਿਹਾ। ਗੱਲ ਕਰਦੇ ਕਿਸਾਨਾਂ ਨਾਲ ਕਿਵੇਂ ਦੇਖਦੇ ਨੇ? ਹਾਂਜੀ, ਗੱਲ ਇਹ ਹੈ ਕਿ ਤੁਹਾਨੂੰ ਪਤਾ ਹੈ ਸਾਹਿਬ, ਅਸੀਂ 40 ਦਿਨ ਤੋਂ ਅੱਜ 40ਵਾਂ ਦਿਨ ਹੋ ਗਿਆ ਕਿ ਅਸੀਂ ਆਪਣੇ ਸੰਘਰਸ਼ ਨੂੰ ਸ਼ਾਂਤਮਈ ਢੰਗ ਨਾਲ ਚਲਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡੇ ਮਸਲੇ ਦਾ ਹੱਲ ਕਰੇ, ਸਰਕਾਰ ਉਹ ਖੇਤੀ ਬਿੱਲ ਰੱਦ ਕਰੇ ਜਿਹੜਾ ਸਾਡੇ ਖੇਤੀ ਬਿੱਲ ਸਾਡੇ ਖਿਲਾਫ ਚੱਲ ਰਿਹਾ, ਔਰ ਉਹ 2020 ਬਿੱਲ ਜਿਹੜਾ ਬਿਜਲੀ ਸੋਧ ਬਿੱਲ ਪੈਂਡਿੰਗ ਰੱਖਿਆ ਉਹਨੂੰ ਵੀ ਰੱਦ ਕਰੇ। ਅਸੀਂ ਟੇਬਲ ਟਾਕ ਲਈ ਪਹਿਲਾਂ ਵੀ ਤਿਆਰ ਸੀ, ਅੱਜ ਵੀ ਤਿਆਰ ਹਾਂ। ਔਰ ਜਿਹੜੀਆਂ ਹੁਣ ਉਹਨਾਂ ਨੇ ਸਾਨੂੰ ਪਿੱਛੇ ਕੱਲ ਰਾਤ ਦਾ ਜੋ ਇੰਡੀਕੇਸ਼ਨ ਮਿਲੀ ਹੈ ਕਿ ਸੈਂਟਰ ਸਰਕਾਰ ਗੱਲਬਾਤ ਲਈ ਤਿਆਰ ਹੈ, ਉਹਦੇ ਲਈ ਸਾਡੇ ਕੁਝ ਕਿਸਾਨ ਜਥੇਬੰਦੀਆਂ ਦਾ ਤਾਲਮੇਲ ਉਹਨਾਂ ਨੇ ਕਹਿੰਦੇ ਕੀਤਾ ਹੈ। ਅਸੀਂ ਸਵਾਗਤ ਕਰਾਂਗੇ ਇਸ ਗੱਲ ਦਾ, ਪਰ ਸਾਨੂੰ ਹੁਣ ਇਹ ਗੱਲ ਹੈ ਕਿ ਪੰਜਾਬ ਦੀ ਇਕੱਲੇ ਦੀ ਲੜਾਈ ਨਹੀਂ ਰਹਿ ਗਈ, ਇਹ ਕਿਸਾਨ ਜਥੇਬੰਦੀਆਂ ਦੀ ਕੁੱਲ ਹਿੰਦੂ ਵਿਸ਼ਵ ਆਪਣਾ ਸਾਡੇ ਭਾਰਤ ਪੱਧਰ ਦੀ ਲੜਾਈ ਹੈ। ਔਰ ਉਹਦੇ ਵਿੱਚ ਹੁਣ ਉਹ ਜਿਹੜੀਆਂ ਜਥੇਬੰਦੀਆਂ ਭਾਰਤ ਪੱਧਰ ਦੀਆਂ ਉਹਨਾਂ ਨੂੰ ਵੀ ਗੱਲਬਾਤ ਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ, ਤਾਂ ਹੀ ਇਹ ਗੱਲ ਸਿਰੇ ਲੱਗੇਗੀ। ਟ੍ਰੇਨਾਂ ਦੀ ਗੱਲ ਕੀਤੀ, ਟ੍ਰੇਨਾਂ ਵੀ ਆਪਾਂ ਕਿਹਾ ਸੀ ਚਲਾਈਆਂ ਜਾਣਗੀਆਂ, ਜਿਹੜੀ ਕਿ ਮਾਲ ਗੱਡੀਆਂ, ਉਹਦੇ ਬਾਵਜੂਦ ਕੇਂਦਰ ਨੇ ਫਿਲਹਾਲ ਕੋਈ ਵੀ ਇਸ ਦਾ ਮਸਲਾ ਨਹੀਂ ਕੱਢਿਆਗਾ ਕਿ ਵਪਾਰੀ ਵੀ ਦਿਨ ਦਿਹਾੜਾ ਦੀਵਾਲੀ ਦੇ ਦੇਣਾ, ਦੀਵਾਲੀ ਸਭ ਤੋਂ ਵੱਡਾ ਹਿੰਦੁਸਤਾਨ ਦਾ ਤਿਉਹਾਰ ਮੰਨਿਆ ਜਾਂਦਾ, ਹਿੰਦੂਆਂ ਸਿੱਖਾਂ ਦਾ ਮੰਨਿਆ ਜਾਂਦਾ, ਉਹਦੇ ਬਾਵਜੂਦ ਵੀ ਵਪਾਰੀ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ।
ਅਸੀਂ ਵਪਾਰੀ ਭਰਾਵਾਂ ਦੇ ਨਾਲ 100% ਖੜੇ ਆ। ਅਸੀਂ ਉਹਨਾਂ ਦੇ ਦਰਦ ਨੂੰ ਇਹ ਸਮਝਦੇ ਹੋਏ ਹੀ ਮਾਲ ਗੱਡੀਆਂ ਦੀ ਇਹਨਾਂ ਨੂੰ ਕਿਹਾ ਸੀ ਕਿ ਢੋਆ ਢੁਆਈ ਵਾਲੀਆਂ ਗੱਡੀਆਂ ਚਾਲੂ ਕਰੋ। ਰਾਤ 11:50 ਤੇ 2 ਇੰਜਨ ਇਹਨਾਂ ਨੇ ਇਹ ਟਰੈਕ ਦੇ ਉੱਤੇ ਭੇਜੇ ਆ। ਅਸੀਂ ਉਹਨਾਂ ਨੂੰ ਵੈਲਕਮ ਕਿਹਾ ਵੀ ਆਓ ਮਾਲ ਗੱਡੀਆਂ ਲੈ ਕੇ ਆਓ, ਮਾਲ ਲੈ ਕੇ ਆਓ। ਪਰ ਜੇ ਵਪਾਰੀ ਦਾ ਵਜੇ ਵੀ ਮਾਲ ਨਹੀਂ ਆ ਰਿਹਾ, ਇਹ 'ਚ ਕਿਸਾਨਾਂ ਦਾ ਦੋਸ਼ ਨਹੀਂ, ਕੇਂਦਰ ਸਰਕਾਰ ਦਾ ਦੋਸ਼ ਹੈ। ਦੂਜੀ ਗੱਲ ਕੀਤੀ ਜਾਵੇ ਤਾਂ ਜੇ ਕੇਂਦਰ ਨੇ ਕਿਹਾ ਸੀ ਵੀ ਸਾਰੇ ਗੱਡੀਆਂ ਚਲਾਵਾਂਗੇ, ਜਿਵੇਂ ਡਾਨੀ ਬਾਨੀ ਮੋਗਾ ਦੇ ਵਿੱਚ ਬਣੇ ਹੋਏ ਆ, ਜਾਂ ਫਿਰ ਮਾਲ ਗੱਡੀਆਂ ਜਾਂ ਪੈਸੇਂਜਰ ਗੱਡੀਆਂ ਗੱਲ ਕੀਤੀ ਜਾਵੇ, ਆ ਕਿਹੜੀਆਂ ਗੱਡੀਆਂ ਚੱਲਣ ਦੀ ਇਜਾਜ਼ਤ ਦਿੱਤੀ ਜਾਊਗੀ? ਦੇਖੋ, ਜਿੱਥੋਂ ਤੱਕ ਪੈਸੇਂਜਰ ਗੱਡੀਆਂ ਦਾ ਤਾਲੁਕ ਹੈ, ਸੱਚ ਇਹ ਹੈ ਕਿ ਕਰੋਨੇ ਤੋਂ ਬਾਅਦ ਤਾਂ ਉਹ ਹਿੰਦੁਸਤਾਨ ਦੀਆਂ ਪਟੜੀਆਂ ਤੇ ਜ਼ਿਆਦਾ ਚੱਲੀਆਂ ਹੀ ਨਹੀਂ। ਇਹ ਹੁਣ ਬੜੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਵੀ ਬੰਦ ਨੇ। ਇਹ ਸਾਡੇ ਨਾਲ ਜੋੜ ਕੇ ਹੀ ਕਿਉਂ ਇਹ ਗੱਲ ਕਹੀ ਗਈ ਕਿ ਯਾਤਰੀ ਗੱਡੀਆਂ ਵੀ ਚਲਾਵਾਂਗੇ, ਜਦ ਕਿ ਉਸ ਤੋਂ ਪਹਿਲਾਂ ਯੂਨੀਵਰਸਿਟੀਆਂ ਖੋਲਣ, ਸਕੂਲ ਖੋਲਣ, ਹਵਾਈ ਸਰਵਿਸ ਖੋਲਣ, ਜਿਹੜੇ ਵਿਦੇਸ਼ਾਂ ਵਿੱਚ ਫਸੇ ਹੋਏ ਲੋਕ ਹੈ ਉਹ ਵਾਪਸ ਆਪਣੇ ਵਤਨ ਆ ਸਕਣ, ਉਧਰਲੇ ਪਾਸੇ ਉਹਨਾਂ ਨੂੰ ਖੋਲਣ। ਇਹ ਜਿਹੜਾ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਕਿ ਕਿਸਾਨ ਜੇ ਮਾਲ ਗੱਡੀਆਂ ਹੀ ਇਕੱਲੀਆਂ ਚੱਲਣ ਦੇਣਗੇ, ਅਸੀਂ ਯਾਤਰੀ ਚਲਾਵਾਂਗੇ, ਇਹ ਸਿਰਫ ਅੜੀਅਲ ਰਵੱਈਆ ਹੈ ਔਰ ਇਹ ਅੜੀਅਲ ਰਵੱਈਆ ਸੈਂਟਰ ਨੂੰ ਤਿਆਗਣਾ ਚਾਹੀਦਾ। ਬਿਲਕੁਲ ਜੀ, ਕਿਸਾਨਾਂ ਦੀ ਆਵਾਜ਼ ਦਿੱਲੀ ਤੱਕ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ, ਕਿਵੇਂ ਦੇਖਦੇ ਤੁਸੀਂ? ਬਿਲਕੁਲ ਜੀ, ਜੇ ਗੱਲ ਸਰਕਾਰ ਤੱਕ ਪਹੁੰਚ ਰਹੀ ਹੈ ਤੇ ਇਹਦੇ ਪਿੱਛੇ ਬਹੁਤ ਵੱਡਾ ਕਾਰਨ ਹੈ ਕਿ ਪੰਜਾਬ ਦੇ, ਹਰਿਆਣੇ ਦੇ, ਉਸ ਤੋਂ ਬਾਅਦ ਸਾਰੇ ਦੇਸ਼ ਦੇ ਲੋਕ ਹੈ ਜਿਹੜੇ ਉਹ ਇਸ ਜਿਹੜਾ ਹਮਲਾ ਸਰਕਾਰ ਦਾ ਉਹਨੂੰ ਸਮਝਦੇ ਹੋਏ ਸੜਕਾਂ ਤੇ ਆਏ ਆ। ਉਹਦਾ ਸਿੱਟਾ ਹੈ ਕਿ ਸਰਕਾਰ ਤੱਕ ਇਹ ਆਵਾਜ਼ ਪਹੁੰਚ ਰਹੀ ਹੈ ਤੇ ਆਸ ਵੀ ਕਰਦੇ ਆ ਜੇ ਸਰਕਾਰ ਤੱਕ ਇਹ ਵਾਜਬ ਗੱਲ ਹੈ ਜਿਹੜੀ ਕਿਸਾਨਾਂ ਦੀ ਨਹੀਂ ਬਲਕਿ ਆਮ ਲੋਕਾਂ ਦੀ ਬਣ ਚੁੱਕੀ ਹੈ, ਜੇ ਪਹੁੰਚਦੀ ਹੈ ਤੇ ਆਸ ਕਰਦੇ ਆ ਸਰਕਾਰ ਆਪਦੀ ਭੂਮਿਕਾ ਜਿਹੜੀ ਪੱਖੀ ਨਿਭਾਏਗੀ ਤੇ ਲੋਕਾਂ ਦੇ ਹਿੱਤ 'ਚ ਭੁਗਤੇਗੀ, ਨਾ ਕਿ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਦੀ ਹਿੰਡ ਹੈ ਜਿਹੜੀ ਉਹਦੇ ਤੇ ਅੜੀ ਰਹੇਗੀ। ਬਿਲਕੁਲ ਜੀ, ਕੁਝ ਹੋਰ ਵੀ ਕਿਸਾਨ ਜਥੇਬੰਦੀਆਂ ਨੁਮਾਇੰਦੇ ਮੌਜੂਦ ਨੇ, ਗੱਲ ਕਰਦੇ ਉਹਨਾਂ ਕੀ ਕਹਿਣਾ। ਕੀ ਨਾਮ ਹੈ ਤੁਹਾਡਾ? ਵਿੱਕੀ ਮਹੇਸ਼ਰੀ। ਵਿੱਕੀ ਜੀ, ਦੇਖਿਆ ਜਾਵੇ ਤਾਂ ਕੇਂਦਰ ਸਰਕਾਰ ਵੱਲੋਂ ਆਵਾਜ਼ ਪਹੁੰਚੀ ਹੈ ਕਿਸਾਨਾਂ ਦੀ ਉਸ ਤੱਕ ਤੇ ਗੱਲਬਾਤ ਕਰਨ ਦੀ ਵੀ ਉਹਨਾਂ ਨੇ ਗੱਲ ਕਹੀ ਹੈ, ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਜੀ, ਜੇ ਤਾਂ ਇਹਨਾਂ ਨੂੰ ਹਜੇ ਵੀ ਅਸੀਂ ਕਹਿ ਰਹੇ ਵੀ ਜੇ 1.5 ਮਹੀਨੇ ਦੀ ਮੂਵਮੈਂਟ ਤੋਂ ਬਾਅਦ ਚ ਵੀ ਸਮਝ ਲੱਗ ਜੇ ਕੇਂਦਰ ਦੀ ਸਰਕਾਰ ਨੂੰ ਤੇ ਚੰਗੀ ਗੱਲ ਆ, ਪਰ ਹਜੇ ਤੱਕ ਉਹਨਾਂ ਦੇ ਜਿਹੜੇ ਚਾਹੇ ਟ੍ਰੇਨਾਂ ਚਲਾਉਣ ਦੇ ਮਾਮਲੇ ਤੋਂ ਲੈ ਲਓ, ਚਾਹੇ ਬਿਆਨਬਾਜ਼ੀ ਜਿਹੜੀ ਕੇਂਦਰ ਦੀ ਮਿਨਿਸਟਰੀ ਕਰ ਰਹੀ ਆ ਉਹਦੇ ਤੋਂ ਲੱਗਿਆ ਨਹੀਂ। ਪਰ ਜੇ ਕੱਲ ਇਦਾਂ ਦੇ ਬਿਆਨ ਆਏ ਆ ਵੀ ਕੇਂਦਰ ਸਰਕਾਰ ਕਹਿੰਦੀ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ, ਤੇ ਕਿਸਾਨ ਜਥੇਬੰਦੀਆਂ ਤਾਂ ਪਹਿਲੇ ਦਿਨੋਂ ਹੀ ਕਹਿ ਰਹੀਆਂ ਵੀ ਗੱਲਬਾਤ ਕਰਨ ਦਾ ਰਾਹ ਖੁੱਲੇ, ਤੇ ਅਸੀਂ ਜੇ ਕੇਂਦਰ ਸਰਕਾਰ ਨੂੰ ਇਹ ਸਮਝ ਨਹੀਂ ਲੱਗ ਰਹੀ ਵੀ ਇਹ ਕਾਲੇ ਕਾਨੂੰਨ ਕਿੰਨੇ ਕੁ ਘਾਤਕ ਆ ਤੇ ਅਸੀਂ ਉਹਨਾਂ ਨੂੰ ਸਮਝਾ ਦਿਆਂਗੇ, ਕਿਉਂਕਿ ਉਹ ਤਾਂ ਖੇਤੀ ਚ ਆਉਂਦੇ ਨਹੀਂ। ਸਾਡਾ ਖੇਤੀ ਮੰਤਰੀ ਨੇ ਵੀ ਕਦੇ ਖੇਤੀ ਨਹੀਂ ਕੀਤੀ ਹੋਣੀ, ਗੱਲ ਤਾਂ ਕਿਸਾਨਾਂ ਨਾਲ ਜੁੜੀ ਵੀ ਆ। ਸੋ ਇਸ ਕਰਕੇ ਗੱਲਬਾਤ ਦਾ ਰਾਹ ਵੀ ਖੁੱਲੇ, ਪਰ ਸਰਕਾਰ ਆਪਦਾ ਅੜੀਅਲ ਰਵੱਈਆ ਜਿਹੜਾ ਛੱਡ ਕੇ, ਕਿਉਂਕਿ 2 ਵਾਰ ਦੀਆਂ ਪਹਿਲਾਂ ਮੀਟਿੰਗਾਂ ਦਾ ਤਜਰਬਾ ਕੌੜਾ ਕਿਸਾਨ ਆਗੂਆਂ ਕੋਲੇ, ਵੀ ਤੁਸੀਂ ਕਹੋ ਵੀ ਅਸੀਂ ਮੀਟਿੰਗ ਵੀ ਸੱਦਣੀ ਹੈ ਤੇ ਬਿਠਾ ਦੇਣਾ ਉੱਥੇ ਇਦਾਂ ਦੇ ਅਧਿਕਾਰੀ ਨੂੰ ਜਿਹਦੇ ਪੱਲੇ ਹੀ ਕੁਛ ਨਹੀਂ ਜਾਂ ਜਿਹੜਾ ਕਰ ਹੀ ਕੁਛ ਨਹੀਂ ਸਕਦਾ। ਸੋ ਉਹ ਪਾਵਰ, ਉਹ ਅਥਾਰਟੀ ਗੱਲ ਕਰੇ ਜਿਹੜਾ ਵਾਕਈ ਗੱਲ ਕਰਨ ਦੇ ਯੋਗ ਹੋਵੇ। ਬਿਲਕੁਲ ਜੀ, ਕਿਸਾਨਾਂ ਦਾ ਇਹੀ ਕਹਿਣਾ ਕਿ ਜੇ ਸ਼ੁਕਰ ਹੈ ਕਿਸਾਨਾਂ ਦੀ ਆਵਾਜ਼ ਦਿੱਲੀ ਤੱਕ ਪਹੁੰਚੀ ਹੈ, ਕਿਤੇ ਨਾ ਕਿਤੇ ਉਹਦਾ ਇਹੀ ਕਹਿਣਾ ਕਿ ਜਿਹੜੀ ਹਾਇਰ ਅਥਾਰਟੀ ਗੱਲਬਾਤ ਕਰੇ, ਜਿਹੜਾ ਕੁਝ ਕਰ ਸਕਦਾ ਜਾਂ ਉਹਦੇ ਹੱਕ ਦੇ ਵਿੱਚ ਅਮੈਂਡਮੈਂਟ ਕਰ ਸਕਦਾ ਇਸ ਰੂਲਾਂ ਨੂੰ, ਜੇਕਰ ਦੇਖਿਆ ਜਾਵੇ ਤਾਂ ਕਿਸਾਨ ਕਾਫੀ ਖੁਸ਼ ਨਜ਼ਰ ਆ ਰਹੇ, ਕਿਉਂਕਿ ਗੱਲਬਾਤ ਹੋਊਗੀ। ਜੇ ਗੱਲਬਾਤ ਦਾ ਸਿੱਟਾ ਵਧੀਆ ਨਿਕਲਦਾ ਤਾਂ ਸਾਰੇ ਟਰੈਕ ਖਾਲੀ ਕੀਤੇ ਜਾਣਗੇ। ਜੀ ਗੁਰਦੇਵ, ਤਮਾਮ ਜਾਣਕਾਰੀ ਦੇ ਲਈ, ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ।